ਗੁਰਬਾਣੀ ਅੰਦਰ ਵੱਖ-ਵੱਖ ਥਾਵਾਂ ਤੇ ਸਰੀਰ ਨੂੰ ਕਿਤੇ ਸਤਿਗੁਰਾਂ ਨੇ ਸਮੁੰਦਰ ਵੀ ਕਿਹਾ, ਸਰੀਰ ਨੂੰ ਵੀ ਸਮੁੰਦਰ ਕਿਹਾ। ਪਹਿਲਾਂ ਵੀ ਇੱਕ ਦਿਨ ਜ਼ਿਕਰ ਕੀਤਾ ਸੀ, ਕਿਤੇ ਸਰੀਰ ਨੂੰ ਸਤਿਗੁਰਾਂ ਨੇ ਘੋੜੀ ਵੀ ਕਿਹਾ, ਤੇ ਸਰੀਰ ਨੂੰ ਬਹੁਤੀ ਥਾਈਂ ਸਤਿਗੁਰਾਂ ਨੇ ਬਾਣੀ ਅੰਦਰ ਬਰਤਨ ਵੀ ਕਿਹਾ, ਭਾਂਡਾ ਵੀ ਕਿਹਾ। ਅੱਜ ਦੇ ਜਿਸ ਪਦੇ ਦੀ ਆਪਾਂ ਵਿਚਾਰ ਕਰਨੀ ਹੈ, ਉਹਦੇ ਵਿੱਚ ਸ਼ੁਰੂਆਤ 'ਚ ਸਤਿਗੁਰਾਂ ਨੇ ਇਹੀ ਬਖਸ਼ਿਸ਼ ਕੀਤੀ ਹੈ ਕਿ ਕਾਇਆ ਪਾਤਰ ਪ੍ਰਭ ਕਰਨੈ ਹਾਰਾ। ਪਾਤਰ ਦਾ ਮਤਲਬ ਹੁੰਦਾ ਹੈ ਭਾਂਡਾ, ਬਰਤਨ। ਜਿਵੇਂ ਅਸੀਂ ਅਰਦਾਸ ਕਰਦੇ ਹਾਂ, ਕਹਿੰਦੇ ਹਾਂ ਗੁਰੂ ਦੇ ਚਰਨ ਬਖਸ਼ਿਸ਼ ਦੇ ਪਾਤਰ ਸਾਨੂੰ ਬਣਾ ਲਵੋ। ਭਾਵ ਹੈ ਕਿ ਅਸੀਂ ਆਪਣੇ ਇਸ ਭਾਂਡੇ ਨੂੰ ਇਸ ਤਰ੍ਹਾਂ ਤਿਆਰ ਕਰ ਸਕੀਏ ਤਾਂ ਕਿ ਤੁਹਾਡੀ ਬਖਸ਼ਿਸ਼ ਜਿਹੜੀ ਹੈ ਇਹਦੇ ਵਿੱਚ ਸਮਾ ਜਾਵੇ। ਤੇ ਇਹ ਕਾਇਆ ਰੂਪੀ ਜਿਹੜਾ ਭਾਂਡਾ ਹੈ, ਇਹ ਬਣਾਇਆ ਕਿਹਨੇ ਹੈ, ਇਹ ਕਿਹਨੇ ਕੀਤਾ ਹੈ? ਪ੍ਰਭ ਕਰਨੈ ਹਾਰੈ। ਕਰਤੇ ਅਕਾਲ ਪੁਰਖ ਵਾਹਿਗੁਰੂ ਨੇ। ਭਗਤ ਕਬੀਰ ਜੀ ਦੇ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਪ੍ਰਭਾਤੀ ਰਾਗ ਅੰਦਰ, ਤੇ ਭਗਤ ਕਬੀਰ ਜੀ ਕਹਿੰਦੇ ਨੇ ਜਿਵੇਂ ਇੱਕ ਘੁਮਿਆਰ ਇੱਕ ਮਿੱਟੀ ਤੋਂ ਪਤਾ ਨਹੀਂ ਕਿੰਨੇ ਕੁ ਭਾਂਡੇ ਤਿਆਰ ਕਰ ਦਿੰਦਾ ਹੈ। ਤੇ ਯਾਦ ਰੱਖਿਓ, ਉਹਨਾਂ ਭਾਂਡਿਆਂ ਦੇ ਵਿੱਚ ਕੋਈ ਕਿਸੇ ਨੂੰ ਪਿਆਲੀ ਵੀ ਕਿਹਾ ਜਾਂਦਾ, ਕਿਸੇ ਨੂੰ ਪਿਆਲਾ ਵੀ ਕਿਹਾ ਜਾਂਦਾ ਹੈ, ਕਿਸੇ ਨੂੰ ਸੁਰਾਹੀ ਕਿਹਾ ਜਾਂਦਾ, ਕਿਸੇ ਨੂੰ ਘੜਾ ਕਿਹਾ ਜਾਂਦਾ ਹੈ, ਪਰ ਬਣੇ ਇੱਕੋ ਹੀ ਮਿੱਟੀ ਤੋਂ ਨੇ। ਚੇਤੇ ਰੱਖਣ ਵਾਲੀ ਗੱਲ ਹੈ। ਇਸੇ ਤਰ੍ਹਾਂ ਹੀ ਪਰਮਾਤਮਾ ਨੇ, ਕਰਤੇ ਅਕਾਲ ਪੁਰਖ ਵਾਹਿਗੁਰੂ ਨੇ, ਕਿਸੇ ਨੂੰ ਇਸਤਰੀ ਦਾ ਜਾਮਾ ਦੇ ਦਿੱਤਾ, ਕਿਸੇ ਨੂੰ ਪੁਰਸ਼ ਦਾ ਜਾਮਾ ਦੇ ਦਿੱਤਾ। ਦੋਨੋਂ ਇੱਕੋ ਹੀ ਮਿੱਟੀ ਤੋਂ ਤਿਆਰ ਹੋਏ ਨੇ। ਕਿਸੇ ਵਿੱਚ ਨਹੀਂ ਆਪਾਂ ਕਹਿ ਸਕਦੇ ਕਿਸੇ ਵਿੱਚ ਜੋਤ ਘੱਟ ਹੈ ਤੇ ਕਿਸੇ ਵਿੱਚ ਵੱਧ ਹੈ। ਸਗੋਂ ਉਸ ਪਰਮਾਤਮਾ ਦੀ ਜੋਤ ਦੇ ਸੰਬੰਧ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਜਮੀ ਜਮਾ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਧ ਹੈ, ਨਾ ਬਾਧ ਘਾਟ ਹੋਤ ਹੈ। ਉਹ ਤੇ ਸਾਰਿਆਂ ਦੇ ਵਿੱਚ ਹੀ ਹੈ। ਇਸ ਕਰਕੇ ਕਦੀ ਵੀ ਮਨੁੱਖ ਦੇ ਅੰਦਰ ਜੇ ਪ੍ਰਮਾਤਮਾ ਨੇ ਇਸਤਰੀ ਦਾ ਸਰੀਰ ਦਿੱਤਾ ਹੈ, ਕਿਤੇ ਹੀਨ ਭਾਵਨਾ ਨਾ ਕਿਤੇ ਆ ਜਾਏ, ਮੈਂ ਸ਼ਾਇਦ ਪ੍ਰਮਾਤਮਾ ਦੀ ਭਗਤੀ ਮਰਦ ਨਾਲੋਂ ਘੱਟ ਕਰ ਸਕਦੀ ਹਾਂ। ਇਸੇ ਲਈ ਸਤਿਗੁਰੂ ਨੇ, ਕਿਰਪਾਲੂ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਵਿਦਵਾਨਾਂ ਨੇ, ਪ੍ਰੋਫੈਸਰ ਸਾਹਿਬ ਸਿੰਘ ਜੀ ਹੋਰਾਂ ਨੇ ਇੱਕ ਥਾਂ ਤੇ ਬੜਾ ਸੁੰਦਰ ਲਿਖਿਆ ਹੈ। ਉਹ ਕਹਿੰਦੇ ਨੇ, ਇੱਕੋ ਹੀ ਰੈਂਕ ਦੇ ਆਫੀਸਰ ਵੱਖ-ਵੱਖ ਬੰਗਲਿਆਂ ਵਿੱਚ ਆ ਕੇ ਠਹਿਰਦੇ ਨੇ। ਬੰਗਲਿਆਂ ਦੀ ਸ਼ੇਪ ਵੱਖਰੀ ਵੱਖਰੀ ਹੈ, ਪਰ ਹੈਗੇ ਇੱਕੋ ਰੈਂਕ ਦੇ ਆਫੀਸਰ ਨੇ। ਇਹ ਨਹੀਂ ਕਿ ਜਿਹੜਾ ਇੱਕ ਬੰਗਲਾ ਖੂਬਸੂਰਤ ਜਾਂ ਕਹੀਏ ਉਹਦੀ ਸ਼ੇਪ ਹੋਰ ਤਰ੍ਹਾਂ ਦੀ ਹੈ, ਦੂਜੇ ਦੀ ਸ਼ੇਪ ਹੋਰ ਤਰ੍ਹਾਂ ਦੀ ਹੈ। ਉਹਨਾਂ ਦੇ ਉੱਥੇ ਰਹਿਣ ਦੇ ਨਾਲ ਉਹਨਾਂ ਦੇ ਰੈਂਕ ਵਿੱਚ ਕੋਈ ਤਬਦੀਲੀ ਨਹੀਂ ਹੋਣ ਵਾਲੀ। ਉਹ ਤੇ ਉਹੀ ਰਹਿਣਗੇ, ਆਫੀਸਰ ਨੇ ਉਹੀ ਰਹਿਣਾ। ਭਾਵੇਂ ਉਹ ਕਿਸੇ ਝੁੱਗੀ ਵਿੱਚ ਰਵੇ ਤੇ ਭਾਵੇਂ ਕਿਸੇ ਮਕਾਨ ਵਿੱਚ ਰਵੇ, ਭਾਵੇਂ ਕਿਸੇ ਕੋਠੀ ਵਿੱਚ ਰਵੇ ਤੇ ਭਾਵੇਂ ਉਹਨੂੰ ਅਸੀਂ ਕੋਠਾ ਕਹਿ ਦਈਏ, ਉਹਨੂੰ ਕੋਈ ਫਰਕ ਪੈਣ ਵਾਲਾ ਕੋਈ ਨਹੀਂ। ਇਸੇ ਤਰ੍ਹਾਂ ਹੀ ਕਰਤੇ ਅਕਾਲ ਪੁਰਖ ਵਾਹਿਗੁਰੂ ਨੇ ਇੱਕੋ ਹੀ ਮਿੱਟੀ ਤੋਂ ਪਤਾ ਨਹੀਂ ਕਿੰਨੇ ਕੁ ਭਾਂਡੇ ਘੜ ਦਿੱਤੇ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨਹਾਰੈ। ਕਹਿੰਦੇ ਨੇ ਪ੍ਰਮਾਤਮਾ ਵੀ ਬੜਾ ਇੱਕ ਵੱਡਾ ਘੁਮਿਆਰ ਹੈ। ਕਹਿੰਦੇ ਨੇ ਇਹ ਘੁਮਿਆਰ ਤੇ ਉਹਦੀ ਬਣਾਈ ਹੋਈ ਜਿਹੜੇ ਪੰਜ ਤੱਤ ਨੇ, ਉਹਨਾਂ ਵਿੱਚ ਕੋਈ ਮਿੱਟੀ ਲੈ ਕੇ ਫਿਰ ਭਾਂਡੇ ਬਣਾਉਂਦਾ ਏ। ਪਰ ਵੇਖੋ ਕਰਤੇ ਨੇ ਕਮਾਲ ਕੀਤੀ, ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ।
परमात्मा ने पंज तत्तां नूं एकत्र करके ये शरीर बना दिते, ये भांडे बना दिते। माटी एक, मिट्टी इको ही है। गुरु अमरदास साहब जी दे भैरो राग अंदर बचन शब्द शुरू इथों हुंदा है, जात का गर्भ न करियो कोई। इथों शुरुआत हुंदी, उस बचन आउंदे ने, माटी एक सगल संसारा, बहुविध भांडे घड़े कुम्हारा। मिट्टी एक ही है सारे संसार दी। संसार दे भावें कित्थे भी लोग रहिंदे होण, सारियां विच है ओही पंज तत्त पाए ने। ते भगत कबीर जी कहंदे ने, माटी एक अनेक भांत कर, अनेकां तरीकिਆਂ नाल साजी, उन्हें साजी है, बनाई है, साजनहारे ने। आख लगे ना कछ पोच, माटी कै भांडा, ना कछ पोच कुम्हारे। ਤੁਸੀਂ ਕਿਸੇ ਭਾਂਡੇ ਨੂੰ ਮਾੜਾ ਨਹੀਂ ਕਹਿ ਸਕਦੇ। ਪੋਚ ਦਾ ਅਰਥ ਹੁੰਦਾ ਹੈ ਕਿਸੇ ਵਿੱਚ ਨੁਕਸ ਕੱਢਣਾ। ਭਗਤ ਰਵਿਦਾਸ ਜੀ ਦੇ ਬਾਣੀ ਵਿੱਚ ਵੀ ਮੇਰੀ ਸੰਗਤ ਪੋਚ, ਉੱਥੇ ਪੋਚ ਮੇਰੀ ਸੰਗਤ ਬੜੀ ਮੇਰੀ ਮਾੜੀ ਹੈ। ਅਸੀਂ ਕਹਿੰਦੇ ਭਾਂਡਾ ਮਾੜਾ ਏ, ਤੁਸੀਂ ਕਿਸੇ ਭਾਂਡੇ ਨੂੰ ਮਾੜਾ ਨਹੀਂ ਕਹਿ ਸਕਦੇ। ਨਾ ਕਛ ਪੋਚ ਮਾਟੀ ਕੈ ਭਾਂਡੇ, ਨਾ ਕਛ ਪੋਚ ਕੁੰਭਾਰੇ। ਤੇ ਨਾ ਹੀ ਤੁਸੀਂ ਉਸ ਰੱਬ ਘੁਮਿਆਰ ਦੇ ਵਿੱਚ ਕੋਈ ਤੁਸੀਂ ਗੁਣਾ ਕੱਢ ਸਕਦੇ ਹੋ। ਉਹਨੇ ਇੰਜ ਕਿਉਂ ਕੀਤਾ, ਉਹਨੇ ਆ ਕਿਉਂ ਕੀਤਾ, ਇੰਜ ਨਾ ਕਰਦਾ ਤੇ ਇੰਜ ਹੋ ਜਾਣਾ ਸੀ। ਕਈ ਵਾਰੀ ਅਸੀਂ ਆਪਣੇ ਕੋਲੋਂ ਹੀ ਆਪਣੀਆਂ ਸਿਆਣਪਾਂ ਜਿਹੜੀਆਂ ਨੇ, ਸਿਆਣਪ ਦੀਆਂ ਗੱਲਾਂ ਕਰਦੇ ਰਹਿੰਦੇ ਆ ਨਾ। ਪਰਮਾਤਮਾ ਕਿਤੇ ਇੰਜ ਕਰ ਦਿੰਦਾ। ਜੋ ਵੀ ਉਹਨੇ ਕੀਤਾ ਕਹੇ, ਗੁਰੂ ਕੇ ਪਿਆਰ ਵਾਲਿਓ, ਭਾਂਡੇ ਬਣਾਉਣ ਵਾਲਾ ਉਹ ਹੈ। ਬੜਾ ਕਮਾਲ ਦਾ ਕਾਰੀਗਰ ਹੈ, ਕਰਤਾ ਕਾਲਪੁਰਖ ਵਾਹਿਗੁਰੂ। गुरु के प्यार वालियो, तुसी पानी दे उत्ते चित्र बना के विखाओ, भला बना लोगे, पानी उत्ते लकीर खिंचोगे मिट जाएगी। पर वेखो करते ने तुहाडा शरीर पानी तो तैयार कीता, जल की भीत पवन का थंबा। ये श्वासां दे सहारे खड़ा होया है। रक्त बूंद का गारा, हाड मास नाड़ी को पिंजर, पंखी बसै बेचारा। ते ਇਹਦੇ ਵਿੱਚ परमात्मा ने जीवात्मा टिका ਦਿੱਤੇ, अपनी अंश टिका ਦਿੱਤੇ। ਹੋਰ ਵੀ ਬਚਨ ਆਉਂਦੇ ਨੇ ਭਗਤ ਕਬੀਰ ਜੀ ਦੇ, ਕੁਮਾਰੈ ਏਕ ਜੂ ਮਾਟੀ ਗੂੰਦੀ, ਬਹੁਵਿਧ ਬਾਨੀ ਲਾਈ। ਕੁਮਾਰ ਨੇ ਮਿੱਟੀ ਨੂੰ ਗੁੰਨਿਆ ਚੰਗੀ ਤਰ੍ਹਾਂ, ਉਹਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਉਹਨੂੰ ਫਿਰ ਭਾਂਡੇ ਬਣਾ ਕੇ ਤਾਂ ਉਹਨੇ ਸ਼ਿੰਗਾਰ ਦਿੱਤਾ। ਕਾਹੂ ਮੈਂ ਮੋਤੀ ਮੁਕਤਾਹਲ, ਕਾਹੂ ਬਿਆਦ ਲਗਾਈ। ਕਿਸੇ ਵਿੱਚ ਮੋਤੀ ਜੜ ਦਿੱਤੇ, ਕਿਸੇ ਨੂੰ ਕਿਸੇ ਦਾ ਰੰਗ ਗੋਰਾ ਬਣਾ ਦਿੱਤਾ, ਕਿਸੇ ਦਾ ਕਾਲਾ ਬਣਾ ਦਿੱਤਾ, ਕਿਸੇ ਦੇ ਨੈਣ ਨਕਸ਼ ਕਿਹੋ ਜਿਹੇ ਬਣਾ ਦਿੱਤੇ, ਕਿਸੇ ਦਾ ਕੱਦ ਲੰਮਾ ਕਰ ਦਿੱਤਾ, ਕਿਸੇ ਨੂੰ ਛੋਟਾ ਕੱਦ ਦੇ ਦਿੱਤਾ। ਇਹ ਤੇ ਸਭ ਉਹਦੀਆਂ ਦਾਤਾਂ ਨੇ। ਕਈ ਵਾਰੀ ਮਨੁੱਖ ਆਪਣੇ ਸਰੀਰ ਰੂਪੀ ਭਾਂਡੇ ਨੂੰ ਜਦੋਂ ਸ਼ੀਸ਼ੇ ਅੰਦਰ ਵੇਖਦਾ ਏ ਤੇ ਆਪਣੀ ਸੁੰਦਰਤਾ ਤੇ ਬੜਾ ਮਾਣ ਕਰਦਾ ਏ, ਮੈਂ ਸ਼ਾਇਦ ਦੂਜਿਆਂ ਨਾਲੋਂ ਬੜਾ ਖੂਬਸੂਰਤ ਹਾਂ। पर मेरे सतगुरां ने परमात्मा नूं चेते करन दा जिहड़ा ढंग तरीका गौड़ी सुखमणी बाणी अंदर दस्सिया ना, कहंदे ने शीशे मूहरे जाके तू खड़ा हो जावें ते तैनूं अपनी शक्ल दूजियां नालों खूबसूरत दिसे ना, ते उत्थे तेरा सिर झुक जाए। जे प्रसाद तेरा सुंदर रूप, सो प्रभ सिमरो सदा अनूप। अनूप का अर्थ है उपमा ना की जा सके, तेरी ते फिर भी उपमा की जा सकती है, पर वो आप इन्ना खूबसूरत है, इन्ना सुंदर है कि उसकी उपमा ते कोई कर ही नहीं सकता। जिन्हें तेनू बनाया है उसका शुक्र क्यों नहीं करता। जे तेनी मन लो कि मेरी चंगी जात विच रब ने जिनियां अखौती जातां ने उच्चियां नीवां, सतगुरु उत्ते भी कहंदे ने जे प्रसाद तेरी नीकी जात। ਉੱਥੇ ਵੀ परमात्मा ਨੂੰ हर गल ਵਿੱਚ सतगुरां ने जिहदी किरपा नाल तू इन्ना कुछ प्राप्त करदा है, सब कुछ तेनू प्राप्त हुंदा है, उस परमात्मा ਨੂੰ क्यों विसारदा। मैं गल भांडे दी कर रहा सी। गुरु के प्यार वालियो, ये परमात्मा ने भांडे शरीर रूपी भांडे बनाए ने। काया पात्र प्रभ करने हारा, पर ये पात्र ये बर्तन ते परमात्मा ने बना दिते। बर्तन शब्द एक गुरबाणी में आउंदा, पर उत्थे ओदा अर्थ बर्तन नहीं जे। गुण निधान भगतन को बर्तन,
ਬਿਰਲਾ ਪਾਵੇ ਕੋਈ। ਉੱਥੇ ਬਰਤਨ ਦਾ ਅਰਥ ਹੈ ਵਰਤਣ ਵਾਲੀ ਚੀਜ਼, ਵਰਤੋਂ ਵਿੱਚ ਲਿਆਉਣ ਵਾਲੀ ਚੀਜ਼। ਗੁਰਬਾਣੀ ਵਿੱਚ ਕਿਤੇ ਨੂੰ ਪਾਤਰ, ਕਿਤੇ ਭਾਂਡਾ, ਕਿਤੇ ਬਾਸਨ। ਬਾਸਨ ਵੀ ਆਉਂਦਾ ਗੁਰਬਾਣੀ ਵਿੱਚ ਭਾਂਡਿਆਂ ਵਾਸਤੇ, ਤੇ ਬਾਸ਼ਨ ਜਦੋਂ ਆਪਾਂ ਪੜ੍ਹਦੇ ਹਾਂ ਬਾਸ਼ਨਾਂ ਵਾਸਤੇ ਆਉਂਦਾ। ਪਰਮਾਤਮਾ ਨੇ ਭਾਂਡੇ ਤੇ ਬਣਾ ਦਿੱਤੇ, ਪਰ ਨਾਲ ਅਗਲੀ ਪੰਕਤੀ ਵਿੱਚ ਸਤਿਗੁਰੂ ਕਿਰਪਾਲੂ ਨੇ ਕਿਰਪਾ ਕੀਤੀ, ਆਖਣ ਲੱਗੇ ਲੱਗੀ ਲਾਗ ਸੰਤ ਸੰਗਾਰਾ। ਜਿਨ੍ਹਾਂ ਨੂੰ ਸਤ ਸੰਗਤ ਦੀ ਛੂਹ ਲੱਗ ਗਈ, ਲਾਗ ਲੱਗ ਗਈ, ਉਹ ਭਾਂਡੇ ਯੋਗ ਬਣ ਜਾਂਦੇ ਨੇ। ਉਹ ਬਰਤਨ ਜਿਹੜਾ ਨਾ ਉਹ ਧਨਤਾ ਦੇ ਯੋਗ ਬਣ ਜਾਂਦਾ ਏ। ਉਸ ਭਾਂਡੇ ਵਿੱਚ ਪਰਮਾਤਮਾ ਆਪਣੀ ਨਾਮ ਰੂਪੀ ਵਸਤੂ ਪ੍ਰਗਟ ਕਰ ਦਿੰਦੇ ਨੇ, ਚੰਗੀ ਤਰ੍ਹਾਂ ਟਿਕਾ ਦਿੰਦੇ ਨੇ। ਆਪਾਂ ਵੀ ਆਪਣੇ ਘਰਾਂ ਵਿੱਚ ਭਾਂਡੇ ਵਰਤਦੇ ਹਾਂ ਨਾ, ਤੇ ਆਪਾਂ ਵੀ ਕੋਸ਼ਿਸ਼ ਕਰਦੇ ਹਾਂ ਭਾਂਡਾ ਅੰਦਰੋਂ ਵੀ ਸਾਫ਼ ਹੋਵੇ ਤੇ ਭਾਂਡਾ ਬਾਹਰੋਂ ਵੀ ਸਾਫ਼ ਹੋਵੇ। ਇਹ ਨਹੀਂ ਕਿ ਕਹੀਏ ਬਾਹਰੋਂ ਚਲੋ ਕੋਈ ਗੱਲ ਨਹੀਂ, ਬਾਹਰੋਂ ਗੰਦਾ ਮੰਦਾ ਹੈ, ਚਲੋ ਅੰਦਰ ਹੀ, ਜਿਵੇਂ ਕਈ ਕਹਿ ਦਿੰਦੇ ਨੇ ਮੇਰੇ ਵਰਗੇ। ਸਿੱਖੀ ਤੇ ਮਨ ਦੀ ਹੋਣੀ ਚਾਹੀਦੀ, ਤਨ ਦੀ ਸਿੱਖੀ ਕਰਕੇ ਕੀ ਕਰਨਾ ਹੈ। ਮੈਂ ਬੇਨਤੀ ਕਰਾਂ, ਭਾਂਡਾ ਬਾਹਰੋਂ ਵੀ ਸਾਫ਼, ਪਰ ਜੇ ਕੋਈ ਇਹ ਕਵੇ ਕੇਵਲ ਭਾਂਡਾ ਬਾਹਰੋਂ ਹੀ ਸਾਫ਼ ਚਾਹੀਦਾ, ਅੰਦਰੋਂ ਕੁਝ ਨਹੀਂ, ਅੰਦਰੋਂ ਗੰਦਮੰਦ ਹੋਵੇ ਭਾਵੇਂ, ਫਿਰ ਵੀ ਭਾਂਡੇ ਵਿੱਚ ਉਹ ਵਸਤੂ ਜਿਹੜੀ ਪਾਉਣ ਵਾਲੀ ਹੈ ਉਹ ਪਾਈ ਨਹੀਂ ਜਾ ਸਕਦੀ। ਕੋਈ ਗੁਰੂ ਕਾ ਪਿਆਰਾ ਸਾਈਂ ਲੋਕ ਰਹਿੰਦਾ ਸੀ ਕਿਸੇ ਨਗਰ ਤੋਂ ਬਾਹਰ। ਉਹਨੇ ਆਉਣਾ ਕਰਨਾ, ਇੱਕ ਘਰ ਵਿੱਚ ਪ੍ਰਸ਼ਾਦਾ ਕਮੰਡਲ ਆਪਣਾ ਲੈ ਕੇ ਆਉਣਾ। ਉਸ ਘਰ ਦੀ ਜੋ ਗ੍ਰਹਿਣੀ ਸੀ, ਮਾਤਾ ਸੀ, ਉਹਨੇ ਬੜੇ ਪਿਆਰ ਨਾਲ ਪ੍ਰਸ਼ਾਦਾ ਤਿਆਰ ਕਰਕੇ ਤੇ ਉਹਦੇ ਕਮੰਡਲ ਵਿੱਚ ਪਾ ਦੇਣਾ ਕਰਨਾ। ਇੱਕ ਦਿਨ ਉਹਨੇ ਸਵਾਲ ਕੀਤਾ, ਕਲਗੀ ਮਹਾਂਪੁਰਸ਼ੋ ਕਿਰਪਾ ਕਰਕੇ ਕਿਤੇ ਮੈਨੂੰ ਵੀ, ਤੁਸੀਂ ਪਰਮਾਤਮਾ ਦੇ ਨਾਮ ਨਾਲ ਜੁੜੇ ਹੋਏ ਹੋ, ਉਹਦੀ ਬੰਦਗੀ ਕਰਨ ਵਾਲੇ ਹੋ, ਲੋਕਾਂ ਨੂੰ ਉਪਦੇਸ਼ ਦਿੰਦੇ ਹੋ, ਸਿੱਖਿਆਵਾਂ ਦਿੰਦੇ ਹੋ, ਤੇ ਕਿਰਪਾ ਕਰ ਦਿਓ ਕਿਤੇ ਮੇਰੇ ਹਿਰਦੇ ਵਿੱਚ ਵੀ ਕਿਤੇ ਤੁਸੀਂ ਇਹ ਨਾਮ ਕਿਤੇ ਪੈ ਜਾਵੇ। ਅਕਸਰ ਤੇ ਮੈਂ ਵੀ ਤੁਹਾਡੀ ਸੰਗਤ ਕਰਦੀ ਹਾਂ ਨਾ, ਥੋੜੀ ਦੇਰ ਤੁਸੀਂ ਆਉਂਦੇ ਹੋ ਭਾਵੇਂ, ਤੇ ਕਹਿੰਦੇ ਨੇ ਕੋਈ ਜਵਾਬ ਨਹੀਂ ਦਿੱਤਾ, ਵਾਪਸ ਚਲੇ ਗਏ। ਇਸ ਲਈ ਆਉਂਦੇ ਰਹੇ। ਇੱਕ ਦਿਨ ਕੀ ਹੋਇਆ, ਇੱਕ ਦਿਨ ਉਹਨਾਂ ਨੇ ਕਮੰਡਲ ਆਪਣਾ ਜਿਹੜਾ ਸੀ ਨਾ ਅੰਦਰੋਂ ਜੂਠਨ ਉਹਦੀ ਸਾਫ਼ ਨਹੀਂ ਕੀਤੀ। ਵੈਸੇ ਕਮੰਡਲ ਚੁੱਕਿਆ ਤੇ ਆ ਗਏ। ਜਦੋਂ ਉਸ ਬੀਬੀ ਨੇ, ਮਾਤਾ ਨੇ ਪ੍ਰਸ਼ਾਦਾ ਤਿਆਰ ਕੀਤਾ, ਜਦੋਂ ਕਮੰਡਲ ਵਿੱਚ ਪਾਣ ਲੱਗੀ, ਧਿਆਨ ਚਲਾ ਗਿਆ, ਆਖਣ ਲੱਗੀ ਇਹ ਕੀ ਕੀਤਾ ਹੈ? ਅੱਗੇ ਤੇ ਤੁਹਾਡਾ ਭਾਂਡਾ ਬੜਾ ਸਾਫ਼ ਹੁੰਦਾ ਸੀ, ਕਮੰਡਲ ਐਨੀ ਮਿਹਨਤ ਨਾਲ ਕੀਤਾ ਹੋਇਆ ਪ੍ਰਸ਼ਾਦਾ ਤਿਆਰ ਕੀਤਾ ਏ, ਜੇ ਇਸੇ ਜੂਠਨ ਵਿੱਚ ਪੈ ਗਿਆ ਤੇ ਇਹ ਖਾਣ ਯੋਗ ਰਹਿਣਾ ਹੀ ਕੋਈ ਨਹੀਂ। ਭਾਂਡਾ ਤੁਹਾਡਾ ਸਾਫ਼ ਕੋਈ ਨਹੀਂ ਹੈ, ਮੈਂ ਨਹੀਂ ਪਾਉਣਾ ਇਹਦੇ ਵਿੱਚ ਪ੍ਰਸ਼ਾਦਾ, ਮੈਂ ਬੜੀ ਮਿਹਨਤ ਨਾਲ ਤਿਆਰ ਕੀਤਾ ਹੈ। ਗੁਰੂ ਕੇ ਪਿਆਰੇ ਵਾਲਿਓ, ਮੇਰਾ ਗੁਰੂ ਵੀ ਇਸੇ ਤਰ੍ਹਾਂ ਕਹਿੰਦਾ ਜੇ, ਬੜੀ ਮਿਹਨਤ, ਬੜੀ ਮੁਸ਼ੱਕਤ, ਬੜੀ ਘਾਲਣਾ ਗੁਰੂ ਨਾਨਕ ਪਿਤਾ ਤੋਂ ਲੈ ਕੇ ਦਸ਼ਮੇਸ਼ ਪਿਤਾ ਜੀ ਤੱਕ ਬੜੀ ਬਖਸ਼ਿਸ਼ ਕੀਤੀ ਹੈ ਸਤਿਗੁਰਾਂ ਨੇ। ਇਹ ਭੋਜਨ ਤਿਆਰ ਕੀਤਾ ਹੈ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਸਤਿਗੁਰਾਂ ਨੇ ਬੜੀ ਰਹਿਮਤ, ਬੜੀ ਬਖਸ਼ਿਸ਼ ਕੀਤੀ। ਵੇਖੋ ਐਨਾ ਪ੍ਰਸ਼ਾਦਾ ਮਿਹਨਤ ਲਾ ਕੇ, ਸਾਡੀਆਂ ਆਤਮਿਕ ਭੁੱਖਾਂ ਮਿਟਾਉਣ ਵਾਲਾ ਪ੍ਰਸ਼ਾਦਾ। ਅੱਜ ਵੀ ਨਾ ਕਰੀਬ ਹਰ ਧਾਰਮਿਕ ਸਥਾਨ ਤੇ ਤੁਸੀਂ ਵੇਖ ਲਓ, ਗੁਰੂ ਕੇ ਲੰਗਰਾਂ ਵਿੱਚ ਗੁਰੂ ਦਰਬਾਰ ਨਾਲੋਂ ਭੀੜ ਜ਼ਿਆਦਾ ਹੁੰਦੀ ਹੈ। ਕਿਤੇ ਵੀ ਜਾ ਕੇ ਵੇਖ ਲਵੋ ਤੁਸੀਂ, ਇਸ ਲੰਗਰ ਵੱਲ ਧਿਆਨ ਘੱਟ ਹੈ। ਮੈਂ ਨਹੀਂ ਕਹਿੰਦਾ ਉਹ ਲੰਗਰ ਸਾਡਾ ਜ਼ਰੂਰੀ ਨਹੀਂ, ਉਹ ਵੀ ਜ਼ਰੂਰੀ ਹੈ, ਉਹ ਵੀ ਛਕਣਾ ਹੈ, ਪਰ ਯਾਦ ਰੱਖਿਓ ਸਤਿਗੁਰੂ ਦੇ ਦਰ ਤੇ ਭਾਈ ਸੱਤਾ ਜੀ ਤੇ ਬਲਵੰਡ ਜੀ ਨੇ ਦੋਨਾਂ ਲੰਗਰਾਂ ਦਾ ਜ਼ਿਕਰ ਕੀਤਾ ਏ। ਇੱਕ ਪਾਸੇ ਲੰਗਰ ਦੌਲਤ ਵੰਡੀਏ, ਰਸ ਅੰਮ੍ਰਿਤ ਖੀਰ ਘਿਆਲੀ, ਗੁਰਸਿੱਖਾਂ ਕੇ ਮੁਖ ਉਜਲੇ, ਮਨ ਮੁਖ ਥੀਏ ਪਰਾਲੀ। ਪਰ ਦੂਜੇ ਪਾਸੇ ਲੰਗਰ ਚੱਲੇ ਗੁਰ ਸ਼ਬਦ ਹਰ। ਗੁਰ ਸ਼ਬਦ, ਸ਼ਬਦ ਦੇ ਦੱਦੇ ਨੂੰ ਸਿਹਾਰੀ ਹੈ। ਗੁਰੂ ਦੇ ਸ਼ਬਦ ਦੁਆਰਾ ਖਰੀ ਦੇ ਨਾਮ ਦਾ ਲੰਗਰ ਚੱਲਦਾ ਹੈ। ਤੋਟ ਨਾ ਆਵੀ ਖੱਟੀ ਹੈ। ਅੱਜ ਇਸ ਲੰਗਰ ਵੱਲ ਸਾਡਾ ਇੰਨਾ ਧਿਆਨ ਪਤਾ ਨਹੀਂ ਕਿਉਂ ਘਟਦਾ ਜਾ ਰਿਹਾ ਹੈ। ਅਸੀਂ ਆਪਣੇ ਗੁਰੂ ਤੋਂ ਦੂਰ ਹੁੰਦੇ ਜਾ ਰਹੇ ਹਾਂ, ਸ਼ਬਦ ਦੀ ਵਿਚਾਰ ਤੋਂ, ਗੁਰਬਾਣੀ ਦੇ ਕੀਰਤਨ ਤੋਂ।
ਤੇ ਕਹਿੰਦੇ ਨੇ ਜਦੋਂ ਸਮਾਈ ਨੇ ਕਿਹਾ ਨਾ, ਮੈਂ ਇਹ ਬੜੀ ਮਿਹਨਤ ਨਾਲ ਤਿਆਰ ਕੀਤਾ ਪ੍ਰਸ਼ਾਦਾ, ਮੈਂ ਝੂਠੇ ਕਮੰਡਲ ਵਿੱਚ ਨਹੀਂ ਪਾਣਾ, ਤੇ ਆਖਣ ਲੱਗੇ ਤੇਰੇ ਸਵਾਲ ਦਾ ਜਵਾਬ ਹੈ। ਤੂੰ ਇੱਕ ਦਿਨ ਕਿਹਾ ਸੀ ਨਾ ਮੇਰੇ ਹਿਰਦੇ ਦੇ ਵਿੱਚ ਨਾਮ ਪਾ ਦਿਓ। ਆਖਣ ਲੱਗੇ ਮਾਤਾ ਸੰਗਤ ਕਰਿਆ ਕਰ। ਸੰਗਤ ਕਰਨ ਦੇ ਨਾਲ ਹੀ ਜਿਹੜੀ ਇਹ ਲਾਗ ਹੈ ਨਾ ਸੰਗਤ ਦੀ ਛੂਹ ਜਿਨ੍ਹਾਂ ਨੂੰ ਲੱਗ ਜਾਂਦੀ ਹੈ, ਮੈਂ ਬੇਨਤੀ ਕਰਾਂ, ਕਈ ਮੇਰੇ ਵਰਗੇ ਸਾਰੀ ਉਮਰ ਸੰਗਤ ਕਰਦਿਆਂ ਬਤੀਤ ਕਰ ਦਿੰਦੇ ਨੇ, ਪਰ ਜ਼ਿੰਦਗੀ ਵਿੱਚ ਕੋਈ ਪਰਿਵਰਤਨ ਤੇ ਆਉਂਦਾ ਹੀ ਕੋਈ ਨਹੀਂ, ਤਬਦੀਲੀ ਤੇ ਆਉਂਦੀ ਕੋਈ ਨਹੀਂ। ਗੱਲ ਭਾਂਡਿਆਂ ਦੀ ਚੱਲਦੀ ਪਈ ਹੈ। 10ਵੇਂ ਪਿਤਾ ਨੂੰ ਇੱਕ ਵਾਰੀ ਸਿੱਖਾਂ ਨੇ ਸਵਾਲ ਕੀਤਾ ਸੀ, ਪਾਤਸ਼ਾਹ ਤੁਹਾਡੇ ਦਰ ਤੇ ਸਾਰੇ ਹੀ ਆਉਂਦੇ ਨੇ, ਪਰ ਪ੍ਰਵਾਨ ਕਿਹੜੇ ਹੁੰਦੇ ਨੇ, ਭਰੇ ਕਿਹੜੇ ਜਾਂਦੇ ਨੇ, ਕਿੰਨਾਂ ਵਿੱਚ ਨਾਮ ਦੀ ਗੁਰਮਤਿ ਦੀ ਉਹ ਜਿਹੜੀ ਦਾਤ ਹੈ ਟਿਕ ਜਾਂਦੀ ਹੈ? ਸਤਿਗੁਰਾਂ ਨੇ ਉਸ ਲਈ ਕੋਈ ਜਵਾਬ ਨਹੀਂ ਦਿੱਤਾ। ਦੂਜੇ ਤੀਜੇ ਦਿਨ ਬੱਦਲ ਉੱਠੇ, ਬਰਸਾਤ ਸ਼ੁਰੂ ਹੋ ਗਈ, ਮੂਸਲਾਧਾਰ ਬਰਸਾਤ ਪੈਣ ਲੱਗੀ। ਸਤਿਗੁਰਾਂ ਨੇ ਆਖਿਆ ਸਿੱਖਾਂ ਨੂੰ ਕੁਝ ਘੜੇ ਲੈ ਕੇ ਆਓ। ਘੜੇ ਲਿਆਂਦੇ ਗਏ। ਉਹਨਾਂ ਘੜਿਆਂ ਨੂੰ, ਉਹਨਾਂ ਭਾਂਡਿਆਂ ਨੂੰ ਉਹ ਮੂਸਲਾਧਾਰ ਬਰਸਾਤ ਵਿੱਚ ਰੱਖਿਆ ਗਿਆ। 3 ਘੜੇ ਸਨ, ਪਰ ਤਿੰਨੇ ਵੱਖ-ਵੱਖ ਤਰ੍ਹਾਂ ਦੇ ਸਨ। ਤੇ ਕਹਿੰਦੇ ਨੇ ਜਦੋਂ ਬਰਸਾਤ ਹਟ ਗਈ ਤੇ ਸਤਿਗੁਰਾਂ ਨੇ ਜਿਹੜੇ 3 ਪ੍ਰਕਾਰ ਦੇ ਘੜੇ, ਪਹਿਲਾ ਘੜਾ ਸੀ ਜਿਹਦਾ ਥੱਲਾ ਤੇ ਠੀਕ ਹੈ ਉਹ ਭਾਂਡੇ ਦਾ, ਪਰ ਉਸ ਭਾਂਡੇ ਉੱਪਰ ਢੱਕਣ ਰੱਖਿਆ ਹੋਇਆ ਸੀ। ਅੱਖ ਲੱਗੇ ਨੂੰ ਬਰਸਾਤ 'ਚ ਰੱਖ ਦਿਓ। ਦੂਜਾ ਘੜਾ ਸੀ ਜਿਹਦਾ ਮੂੰਹ ਤੇ ਨੰਗਾ ਸੀ, ਪਰ ਉਹਦਾ ਥੱਲਾ ਥੱਲਿਓਂ ਟੁੱਟਾ ਹੋਇਆ ਸੀ। ਤੀਜਾ ਘੜਾ ਉਹ ਸੀ ਜਿਹਦਾ ਥੱਲਾ ਵੀ ਸਹੀ ਸਲਾਮਤ ਸੀ ਤੇ ਜਿਹਦਾ ਮੂੰਹ ਵੀ ਨੰਗਾ ਸੀ। ਜਦੋਂ ਬਰਸਾਤ ਤੋਂ ਪੈਣ ਆਖਣ ਲੱਗੇ 3 ਘੜਿਆਂ ਨੂੰ ਚੁੱਕ ਲਿਆਓ। 2 ਘੜੇ ਤੇ ਵੈਸੇ ਖਾਲੀ ਸਨ, ਫਟਾਫਟ ਚੁੱਕ ਲਿਆਏ। ਤੀਜਾ ਘੜਾ ਭਾਰੀ ਸੀ, ਚੁੱਕਣਾ ਵੀ ਮੁਸ਼ਕਲ ਸੀ ਥੋੜਾ ਜਿਹਾ। ਸਤਿਗੁਰੂ ਆਖਣ ਲੱਗੇ ਤੁਸੀਂ ਇੱਕ ਦਿਨ ਸਵਾਲ ਕੀਤਾ ਸੀ ਨਾ ਵੀ ਇੱਥੇ ਕਈ ਪ੍ਰਕਾਰ ਦੇ ਲੋਕ ਆਉਂਦੇ ਨੇ, ਕਿਹੜਾ ਇਥੋਂ ਨਾਮ ਦੀ ਵਸਤੂ ਨੂੰ ਭਰ ਕੇ ਲੈ ਕੇ ਜਾਂਦਾ ਏ, ਕਿਹੜਾ ਗੁਰਮਤਿ ਦੀ ਦਾਤ ਇਥੋਂ ਲੈ ਕੇ ਜਾਂਦਾ ਏ? ਸਤਿਗੁਰੂ ਆਖਣ ਲੱਗੇ ਕਈ ਤੇ ਪਹਿਲੇ ਘੜੇ ਵਰਗੇ ਜੇ, ਪਹਿਲੇ ਹੀ ਭਰੇ ਭਰਾਏ ਆਉਂਦੇ ਨੇ, ਹਉਮੈ ਦੇ ਨਾਲ ਆਉਂਦੇ ਨੇ। ਬਸ ਸੁਣਨਾ ਹੈ ਗੁਰੂ ਦੀ ਇਹ ਤੇ ਰੋਜ਼ ਹੀ ਗੱਲਾਂ ਸੁਣੀ ਦੀਆਂ ਨੇ, ਇਹ ਤੇ ਕਥਾ ਕਹਾਣੀਆਂ ਰੋਜ਼ ਹੀ ਸੁਣਦੇ ਹਾਂ ਅਸੀਂ। ਅੱਜ ਕਿਹੜਾ ਕੋਈ ਨਵੀਂ ਗੱਲ ਕਰ ਦਿੱਤੀ ਹੈ? ਹਾਲਾਂਕਿ ਸਾਹਿਬ ਮੇਰਾ ਨੀਤ ਨਵਾਂ ਹੈ। ਜੇ ਵਿਚਾਰ ਕਰੀਏ ਨਾ ਤੇ ਸਾਹਿਬ ਦੀ ਰੋਜ਼ ਵਿਚਾਰ ਕੋਈ ਨਾ ਕੋਈ ਨਵੀਂ ਸਾਨੂੰ ਸੁਣਾਈ ਦਿੰਦੀ ਹੈ। ਕਹਿਣ ਲੱਗੇ ਇਹੋ ਜਿਹੇ ਕਈ ਆਉਂਦੇ ਨੇ ਭਰੇ ਭਰਾਏ, ਹਉਮੈ ਦੇ ਢੱਕਣ ਨਾਲ ਢੱਕੇ ਹੁੰਦੇ ਨੇ, ਤੇ ਉੱਥੇ ਗੁਰੂ ਦੀ ਰਹਿਮਤ ਕਿਵੇਂ ਜਾਏਗੀ? ਗੁਰੂ ਦੀ ਰਹਿਮਤ ਤੇ ਹੋ ਰਹੀ ਹੈ, ਉਸ ਭਾਂਡੇ ਤੇ ਵੀ ਹੋ ਰਹੀ ਹੈ, ਪਰ ਉਹ ਭਾਂਡਾ ਖਾਲੀ ਰਹਿ ਗਿਆ ਕਿਉਂਕਿ ਪਹਿਲੇ ਢੱਕਿਆ ਹੋਇਆ ਹੈ। ਅੱਖ ਲੱਗੇ ਦੂਜਾ ਭਾਂਡਾ, ਉਹ ਇਹ ਸੁਣਿਆ ਬੜਾ ਇਹਨੇ। ਆਪਾਂ ਜਿਵੇਂ ਕਹਿੰਦੇ ਇੱਕ ਕੰਨ ਤੋਂ ਸੁਣਿਆ ਤੇ ਦੂਜੇ ਕੰਨ ਤੋਂ ਬਾਹਰ ਕੱਢ ਦਿੱਤਾ। ਸੁਣਦੇ ਆਪਾਂ ਵੀ ਬੜੇਗਾ ਗੁਰੂ ਕੇ ਪਿਆਰ ਵਾਲਿਓ, ਪਰ ਸੁਣ ਕੇ ਫਿਰ ਗੱਲ ਭੁਲਾ ਦੇਣੀ, ਇੱਥੇ ਛੱਡ ਜਾਣੀ। ਗੁਰੂ ਸਾਹਿਬ ਜੀ ਨੇ ਅੱਜ ਜਿਵੇਂ ਕੋਈ ਵੀ ਤੁਸੀਂ ਵੇਖ ਲਓ ਟ੍ਰੇਨਿੰਗ ਸੈਂਟਰ, ਕਿਤੇ ਵੀ ਕੋਈ ਬੰਦਾ ਕੰਮ ਸਿੱਖਣ ਜਾਂਦਾ ਹੈ ਨਾ, ਜੋ ਸਿੱਖਦਾ ਉੱਥੇ ਛੱਡ ਕੇ ਕੋਈ ਨਹੀਂ ਆਉਂਦਾ, ਉਹ ਨਾਲ ਲੈ ਕੇ ਆਉਂਦਾ। ITI ਕੀਤੀ, ਇੰਜੀਨੀਅਰਿੰਗ ਕੋਰਸ ਕੀਤਾ, ਡਾਕਟਰੀ ਦਾ ਕੋਰਸ ਕੀਤਾ, ਕੋਈ ਵੀ ਕੀਤਾ, ਜੋ ਉਹਨੇ ਸਿੱਖਿਆ ਉਹ ਪ੍ਰੈਕਟੀਕਲ ਲਾਈਫ ਵਿੱਚ ਆ ਕੇ ਆਪਣੀ ਉਹ ਪ੍ਰੈਕਟਿਸ ਕਰਦਾ ਹੈ। ਉਹਦੀ ਡਾਕਟਰ ਹੈ ਤੇ ਡਾਕਟਰੀ ਕਰਦਾ ਹੈ, ਇੰਜੀਨੀਅਰ ਹੈ ਇੰਜੀਨੀਅਰਿੰਗ ਕਰਦਾ ਹੈ, ਕੋਈ ਵੀ ਕੋਰਸ ਕੀਤਾ ਹੈ, ਬਿਜਲੀ ਦਾ ਕੰਮ ਜਿਹਨੇ ਸਿੱਖਿਆ, ਇਲੈਕਟ੍ਰਿਕ ਦਾ, ਉਹ ਕੰਮ ਕਰਦਾ ਹੈ। ਪਰ ਇੱਕੋ ਹੀ ਥਾਂ ਹੈ ਜਿੱਥੇ ਆ ਕੇ ਸਿੱਖਣ ਦੀ ਯਤਨ ਤੇ ਬਹੁਤ ਕੀਤੇ ਜਾਂਦੇ ਨੇ, ਪਰ ਜੋ ਕੁਝ ਸਿੱਖਦਾ ਹੈ ਨਾ ਗੁਰਦੁਆਰੇ ਦੀ ਬਾਉਂਡਰੀ ਵਿੱਚ ਹੀ ਇੱਥੇ ਰਹਿ ਜਾਂਦਾ, ਚਲਾ ਜਾਂਦਾ ਸਭ ਕੁਝ ਛੱਡ ਛਡਾ ਕੇ। ਗੁਰੂ ਕੇ ਪਿਆਰ ਵਾਲਿਓ, ਗੁਰੂ ਕੀ ਮੱਤ ਇਸ ਵਾਸਤੇ ਨਹੀਂ ਕਿ ਇੱਥੇ ਸੁਣਨਾ ਹੈ ਤੇ ਸੁਣ ਕੇ ਛੱਡ ਦੇਣਾ ਹੈ, ਜੋ ਸੁਣਨਾ ਹੈ ਉਸ ਅਨੁਸਾਰ ਆਪਣਾ ਜੀਵਨ ਵੀ ਬਤੀਤ ਕਰਨਾ ਹੈ। ਸਤਿਗੁਰੂ ਆਖਣ ਲੱਗੇ ਸੁਣਦੇ ਤੇ ਬੜੇ ਨੇ, ਪਰ ਸੁਣ ਕੇ ਇੱਥੇ ਛੱਡ ਜਾਂਦੇ ਨੇ। ਕਿ ਗੁਰੂ ਘਰ ਵਿੱਚ ਆ ਕੇ ਇੱਥੇ ਮਿੱਠੇ ਬੋਲ ਬੋਲਣੇ ਚਾਹੀਦੇ ਨੇ ਕਿ ਘਰਾਂ ਵਿੱਚ ਕੌੜੇ ਬਚਨ ਬੋਲਣੇ ਚਾਹੀਦੇ ਨੇ? ਮੈਂ ਪੁੱਛਣਾ ਚਾਹੁੰਦਾ। ਇੱਕ ਆਪਾਂ ਟ੍ਰੇਨਿੰਗ ਇੱਥੋਂ ਲੈ ਰਹੇ ਹਾਂ, ਸਿੱਖ ਰਹੇ ਹਾਂ, ਜੋ ਇੱਥੇ ਮਿੱਠੇ ਬਚਨ ਬੋਲਣੇ ਨੇ, ਇੱਥੇ ਆ ਕੇ ਕਿਸੇ ਦਾ ਦਿਲ ਨਹੀਂ ਦੁਖਾਣਾ। ਘਰ ਵਿੱਚ ਕਿਸੇ ਦਾ ਦਿਲ ਦੁਖਾਣਾ ਚਾਹੀਦਾ ਹੈ? ਜੋ ਇੱਥੋਂ ਸਿੱਖਣਾ ਹੈ ਉਹ ਘਰ ਵਿੱਚ ਲੈ ਕੇ ਜਾਣਾ ਹੈ। ਇੱਥੇ ਆ ਕੇ ਤੇ ਆਪਾਂ ਜੋੜਿਆਂ ਦੀ ਸੇਵਾ ਕਰੀਏ, ਬਾਹਰ ਜਾ ਕੇ ਲੋਕਾਂ ਦੇ ਸਿਰ ਵਿੱਚ ਜੁੱਤੀਆਂ ਮਾਰੀਏ। ਇਹ ਗੁਰਮਤਿ ਥੋੜਾ ਗੁਰੂ ਕੇ ਪਿਆਰ ਵਾਲਿਓ।
ਗੁਰਮਤਿ ਤੇ ਜੋ ਇੱਥੇ ਸਿੱਖਣਾ ਹੈ ਨਾ, ਉਹ ਸੰਸਾਰ ਹੀ ਬਾਹਰ ਜਾ ਕੇ ਆਪਣਾ ਅਮਲੀ ਜੀਵਨ ਜਿਹਨੂੰ ਆਪਾਂ ਕਹਿੰਦੇ ਆ ਨਾ, ਉਹ ਸੰਸਾਰ ਬਤੀਤ ਕਰਨਾ, ਇਹ ਗੁਰੂ ਕੀ ਮੱਤ ਹੈ। ਸਤਿਗੁਰੂ ਆਖਣਗੇ ਕਈ ਸੁਣਦੇ ਬੜੇ ਨੇ ਪਰ ਸੁਣ ਕੇ ਅਣਸੁਣਿਆ ਕਰ ਦਿੰਦੇ ਨੇ। ਤੇ ਆਖਣ ਲੱਗੇ ਤੀਜਾ ਘੜਾ ਜਿਹੜਾ ਤੁਸੀਂ ਬੜੀ ਮੁਸ਼ਕਿਲ ਨਾਲ ਚੁੱਕ ਕੇ ਲਿਆਏ ਹੋ ਨਾ, ਇਹ ਦੇਖੋ ਭਰਾ ਜਦੋਂ ਭਰ ਗਿਆ ਨਾ, ਤੇ ਜਿੰਨਾ ਚਿਰ ਮੀਂਹ ਪੈਂਦਾ ਰਿਹਾ ਭਰਦਾ ਰਿਹਾ, ਨਾਲ ਡੁੱਲਦਾ ਰਿਹਾ। ਫਿਰ ਭਰਿਆ ਹੋਇਆ ਭਾਂਡਾ ਜਿਹੜਾ ਨਾ ਛਲਕਦਾ ਘਟ ਜੇ। ਮੇਰੇ ਵਰਗੇ ਊਣਿਆਂ ਕੋਲ ਜਿਹੜੇ ਨੇ ਅੱਧੇ ਭਰੇ ਹੋਏ ਅੱਧੇ ਖਾਲੀ ਨੇ ਨਾ, ਗੱਲਾਂ ਬਾਤਾਂ ਤੇ ਬੜੀਆਂ ਹੁੰਦੀਆਂ ਨੇ, ਛਲਕਦੇ ਤੇ ਬੜੇ ਨੇ, ਛਲਕ ਛਲਕ ਕੇ ਉਹ ਵੀ ਖਾਲੀ ਹੋ ਜਾਣੇ, ਪੱਲੇ ਕੁਝ ਵੀ ਨਹੀਂ ਰਹਿੰਦਾ। ਕਹੋ ਕਬੀਰ ਛੂਛਾ ਘਟ ਬੋਲੇ, ਭਰਿਆ ਹੋਏ ਸੋ ਕਬਹੂ ਨਾ ਡੋਲੇ। ਭਰੇ ਹੋਏ ਡੁੱਲਦੇ ਜ਼ਰੂਰ ਨੇ ਜਿੰਨਾ ਤੇ ਰਹਿਮਤ ਹੁੰਦੀ ਰਹਿੰਦੀ ਹੈ, ਪਰ ਆਪਣਾ ਆਪ ਉਹ ਕਦੀ ਖਾਲੀ ਨਹੀਂ ਜੇ ਕਰਦੇ, ਆਪ ਭਰੇ ਹੀ ਰਹਿੰਦੇ ਨੇ, ਡੁੱਲਦੇ ਰਹਿੰਦੇ ਨੇ। ਮੇਰੇ ਗੁਰੂ ਨਾਨਕ ਰੱਬੀ ਰਹਿਮਤਾਂ ਦੇ ਨਾਲ ਭਰੇ ਹੋਏ। ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਰਹਿਮਤਾਂ ਨਾਲ ਭਰੇ ਹੋਏ ਨੇ। ਇਹ ਨਹੀਂ ਕਿ ਇੱਥੇ ਕੋਈ ਆ ਕੇ ਕਿ ਮੈਂ ਗੁਰੂ ਕੋਲੋਂ ਬੜਾ ਕੁਝ ਲੈ ਲਿਆ ਤੇ ਪਿੱਛੇ ਗੁਰੂ ਦਾ ਖਜ਼ਾਨਾ ਹੀ ਖਾਲੀ ਮੈਂ ਤੇ ਕਰ ਗਿਆ। ਨਹੀਂ, ਇੱਥੋਂ ਜਿੰਨੇ ਮਰਜ਼ੀ ਆਓ ਝੋਲੀਆਂ ਭਰ ਕੇ ਲੈ ਜਾਓ, ਸਤਿਗੁਰੂ ਤੇ ਰਹਿਮਤ ਕਰਨ ਵਾਲੇ ਨੂੰ ਤੇ ਬਖਸ਼ਿਸ਼ ਕਰਦੇ ਪਏ ਨੇ। ਇਸ ਕਰਕੇ ਇਸ ਭਾਂਡੇ ਨੂੰ ਆਪਾਂ ਇਸ ਯੋਗ ਬਣਾਉਣਾ ਏ। ਸੂਹੀ ਰਾਗ ਦਾ ਪਹਿਲਾ ਸ਼ਬਦ ਕਿਤੇ ਪੜੋ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਭਾਂਡਾ ਧੋਏ, ਬੈਸ ਧੂਪ ਦੇਵੋ, ਤਉ ਦੂਧੈ ਕੋ ਜਾਵੋ, ਦੂਧ ਕਰਮ ਪੁਨ ਸੁਰਤ ਸਮਾਇਨ, ਹੋਏ ਨਿਰਾਸ ਜਮਾਵੋ। ਇੱਥੇ ਨਿਰਾਸ ਸ਼ਬਦ ਜਿਹੜਾ ਆਇਆ ਨਾ, ਇਹ ਢੈਂਦੀ ਕਲਾ ਵਾਲਾ ਨਹੀਂ, ਤੂੰ ਤੇ ਬੜਾ ਨਿਰਾਸ਼ ਬੈਠਾ ਹੈ। ਆਪਾਂ ਕਹਿੰਦੇ ਨਾ ਢੇਰੀ ਢਾ ਕੇ ਬੈਠਾ ਹੈ, ਕੀ ਗੱਲ? ਇੱਥੇ ਜਦੋਂ ਸੰਧੀ ਵਿਛੇਦ ਕਰਾਂਗੇ, ਨਿਰਜਮਾ ਆਸ, ਬਿਲਕੁਲ ਆਸ਼ਾਵਾਂ ਤੋਂ ਨਿਰਲੇਪ ਆਪਣੇ ਆਪ ਨੂੰ ਕਰ ਲਿਆ, ਆਪਣੀ ਕੋਈ ਆਸਾ ਰਹਿਣ ਨਾ ਦਿੱਤੀ। ਭਾਂਡਾ ਧੋਵੋ ਪਹਿਲਾਂ। ਤੇ ਮੈਂ ਬੇਨਤੀ ਕਰਾਂ, ਮੈਂ ਇਹ ਵੀ ਨਹੀਂ ਕਹਿੰਦਾ ਤੁਸੀਂ ਭਾਂਡਾ ਪਹਿਲਾਂ ਧੋ ਕੇ ਫਿਰ ਇੱਥੇ ਆਓ, ਇਹ ਵੀ ਨਹੀਂ ਜੇ। ਭਾਂਡਾ ਇੱਥੇ ਧੋਤਾ ਜਾਣਾ ਜੇ। ਇਹ ਸ਼ੀਰ ਰੂਪੀ ਭਾਂਡਾ, ਤਨ ਰੂਪੀ ਭਾਂਡਾ, ਮਨ ਰੂਪੀ ਭਾਂਡਾ ਇੱਥੇ ਸਵਾਰਿਆ ਜਾ ਸਕਦਾ ਹੈ। ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਸਤਿਗੁਰੂ ਕਹਿੰਦੇ ਇਸ ਭਾਂਡੇ ਨੂੰ ਨਾ, ਇਸ ਕਾਇਆ ਨੂੰ, ਇਸ ਸਰੀਰ ਨੂੰ ਬਾਹਰੋਂ ਧੋ ਕੇ ਤੇ ਲੋਕੀ ਬੜਾ ਲਿਸ਼ਕਾ ਲੈਂਦੇ ਨੇ, ਬੜਾ ਚਮਕਾ ਲੈਂਦੇ ਨੇ, ਬੜੇ ਖੂਬਸੂਰਤ ਤਨ ਦੇ ਉੱਤੇ ਕੱਪੜੇ ਪਾ ਲੈਂਦੇ ਨੇ, ਹਾਰ ਸ਼ਿੰਗਾਰ ਕਰ ਸਭ ਕੁਝ ਕਰ ਲੈਂਦੇ ਨੇ, ਧਾਰਮਿਕ ਭੇਖ ਵੀ ਧਾਰਨ ਕਰ ਲੈਂਦੇ ਨੇ, ਪਰ ਅੰਦਰੋਂ ਤੇ ਮੈਲੇ ਹੀ ਰਹਿੰਦੇ ਨੇ ਨਾ। ਧੰਨ ਗੁਰੂ ਅਮਰਦਾਸ ਜੀ ਦੇ ਬਚਨ, ਜੀਓ ਨਿਰਮਲ ਬਾਹਰੋਂ ਨਿਰਮਲ, ਪਰ ਨਾਲ ਆਖਿਆ ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ। ਬਾਹਰਲੀ ਨਿਰਮਲਤਾ ਵੀ ਚਾਹੀਦੀ ਹੈ, ਪਰ ਤੇਰੀ ਅੰਦਰ ਦੀ ਨਿਰਮਲਤਾ ਪਹਿਲਾਂ ਹੋਣੀ ਚਾਹੀਦੀ ਹੈ। ਪਰ ਹੋਏਗੀ ਕਿਵੇਂ? ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ। ਉੱਥੇ ਕੂੜ ਦੀ ਖਬਰ ਵੀ ਨਹੀਂ ਪਹੁੰਚਦੀ। ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ, ਭਲੇ ਸੇਵਨ ਜਾਰੇ। ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ। ਭਾਂਡੇ ਨੂੰ ਧੋਣਾ ਏ। ਜੇ ਕੋਈ ਇਹ ਕਵੇ ਵੀ ਕੱਪੜੇ ਦੀ ਮੈਲ ਪਹਿਲਾਂ ਦੂਰ ਹੋ ਜਾਏ ਤੇ ਪਾਣੀ ਕੋਲ ਮੈਂ ਫੇਰ ਜਾਵਾਂਗਾ, ਫਿਰ ਜਾਣ ਦਾ ਉੱਥੇ ਫਾਇਦਾ ਕਿ ਜੇ ਮੈਲ ਹੀ ਪਹਿਲਾਂ ਦੂਰ ਹੋ ਗਈ। ਤੇ ਪਾਣੀ ਹੈ ਹੀ ਇਸੇ ਵਾਸਤੇ, ਤਾਂ ਕਿ ਤੂੰ ਉੱਥੇ ਆਪਣੇ ਤਨ ਨੂੰ, ਆਪਣੇ ਕੱਪੜੇ ਨੂੰ ਧੋ ਸਕੇ। ਜੇ ਕੋਈ ਆਕੇ ਭੁੱਖ ਤੇਰੀ ਪਹਿਲਾਂ ਦੂਰ ਕਰ ਲਈ, ਪ੍ਰਸ਼ਾਦਾ ਫੇਰ ਛਕੀ, ਐਸਾ ਨਹੀਂ ਹੋ ਸਕਦਾ। ਪਿਆਸ ਤੇਰੀ ਪਹਿਲਾਂ ਦੂਰ ਹੋ ਜਾਵੇ, ਪਾਣੀ ਬਾਅਦ ਵਿੱਚ ਪੀ, ਫਿਰ ਪਾਣੀ ਪੀਣ ਦਾ ਫਾਇਦਾ ਕੀ ਜੇ ਪਿਆਸ ਹੀ ਪਹਿਲਾਂ ਬੁਝ ਗਈ ਤਾਂ। ਯਾਦ ਰੱਖਿਓ, ਹੋਰ ਕੋਈ ਥਾਂ ਨਹੀਂ ਜੇ, ਹੋਰ ਕੋਈ ਟਿਕਾਣਾ ਨਹੀਂ ਜੇ ਜਿੱਥੇ ਇਸ ਭਾਂਡੇ ਨੂੰ ਸੋਧਿਆ ਜਾ ਸਕੇ। ਸੋਧਨ ਚੜਿਆ ਧਰਤ ਲੁਕਾਈ। ਸੋਧਨ ਦਾ ਮਤਲਬ ਕਿਸੇ ਨੂੰ ਜਾਨੋਂ ਮਾਰਨਾ ਨਹੀਂ ਜੇ। ਮੈਂ ਤੇ ਫਲਾਣਾ ਸੋਧ ਹੀ ਦਿੱਤਾ, ਜਿਵੇਂ ਇੱਕ ਸ਼ਬਦ ਸਾਡੇ ਵਿੱਚ ਬੜਾ ਪ੍ਰਚਲਿਤ ਹੋ ਗਿਆ। ਸੋਧਨ ਦਾ ਮਤਲਬ ਇਹ ਸੀ ਉਹਨੂੰ ਸਵਾਰਨਾ, ਜੋ ਚ ਵਿਗਾੜ ਆ ਗਿਆ ਉਹਨੂੰ ਚੰਗੀ ਤਰ੍ਹਾਂ ਸੋਧਨ। ਭਾਂਡੇ ਸੋਧ ਦਿਓ, ਭਾਂਡੇ ਸੋਧਨ, ਭਾਂਡੇ ਤੋੜ ਤੇ ਨਹੀਂ ਦਿੰਦੇ ਆਪਾਂ ਨਾ, ਉਹਨਾਂ ਨੂੰ ਤੋੜਦੇ ਨਹੀਂ, ਭੰਨਦੇ ਨਹੀਂ। ਸੋਧਨ ਦਾ ਮਤਲਬ ਉਹਨਾਂ ਦੀ ਜੂਠ ਲਾ ਦਿੰਦੇ ਆ। ਜੂਠ ਲਖੈ ਜਿਉ ਮਾਂਜੀ ਹੈ। ਅੰਦਰੋਂ ਜੇ ਇਹਨੂੰ ਮਾਂਜਾਂਗੇ ਤੇ ਇਹ ਜੂਠ ਇਹਦੀ ਲੈਣੀ ਹੈ। ਤੇ ਸਤਿਗੁਰਾਂ ਨੇ ਕਿਰਪਾ ਕੀਤੀ, ਆਖਣਗੇ ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੁੱਧੇ ਕੋ ਜਾਵੋ। ਜੇ ਨਾ ਅਸੀਂ ਭਾਂਡੇ ਵਿੱਚ ਦੁੱਧ ਪਵਾਉਣਾ ਹੋਵੇ ਤੇ ਉਹ ਭਾਂਡਾ ਬੜਾ ਸਾਫ਼ ਕਰਦੇ ਆ। ਜਿੰਨੀ ਕੀਮਤੀ ਚੀਜ਼ ਹੈ ਨਾ, ਉਹਨੂੰ ਰੱਖਣ ਵਾਸਤੇ ਉਹਨਾਂ ਭਾਂਡਾ ਵੀ ਵਧੀਆ ਹੁੰਦਾ ਹੈ।
ਆ ਸੋਨੇ ਦੇ ਗਹਿਣੇ ਤੁਸੀਂ ਵੀ ਵੇਖਦੇ ਹੋ, ਆਪਾਂ ਵੇਖਦੇ ਹਾਂ ਨਾ, ਕਿੰਨੀਆਂ ਖੂਬਸੂਰਤ ਬਣਾਈਆਂ ਜਾਂਦੀਆਂ ਡੱਬੀਆਂ ਜਿਸ ਸੋਨੇ ਦੇ ਗਹਿਣੇ ਰੱਖੇ ਜਾਂਦੇ ਨੇ, ਸੰਭਾਲੇ ਜਾਂਦੇ ਨੇ। ਤੁਸੀਂ ਭਾਵੇਂ ਤਨ ਤੇ ਗਹਿਣੇ ਪਹਿਨਦੇ ਜਾਂਦੇ ਨੇ, ਪਰ ਫਿਰ ਉਹਨਾਂ ਨੂੰ ਲਿਆ ਕੇ ਉਹਨਾਂ ਡੱਬੀਆਂ ਵਿੱਚ ਖੂਬਸੂਰਤ ਵਿੱਚ ਲਿਆ ਕੇ ਰੱਖ ਦਿੱਤਾ ਜਾਂਦਾ ਹੈ। ਜਿੰਨੀ ਕੀਮਤੀ ਚੀਜ਼ ਹੈ ਓਨੇ ਕੀ ਉਹਨੂੰ ਰੱਖਣ ਵਾਸਤੇ ਬਰਤਨ ਵੀ ਤੇ ਵਧੀਆ ਚਾਹੀਦਾ ਹੈ ਨਾ। ਇਸੇ ਕਰਕੇ ਨਾਮ ਰੂਪੀ ਦਾਤ ਜਿਹੜੀ ਹੈ ਉਹ ਟਿਕ ਸਕਦੀ ਹੈ, ਪ੍ਰਗਟ ਹੋ ਸਕਦੀ ਹੈ। ਗੁਰਬਾਣੀ ਨੇ ਇਸੇ ਗੱਲ ਤੇ ਜ਼ੋਰ ਦਿੱਤਾ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਨੁੱਖਾ ਦੇਹ ਤੇ ਜ਼ੋਰ ਦਿੱਤਾ ਕਿ ਭਾਂਡਾ ਧੋਣਾ ਸੀ, ਏਤ ਦੁਆਰੇ ਧੋਏ ਅੱਛਾ ਹੋਏ ਸੀ। ਫਿਰ ਮੈਂ ਧੋ ਵੀ ਲਿਆ ਤੇ ਫਿਰ ਮੈਂ ਆਪ ਹੀ ਕਹੀ ਜਾਵਾਂ ਮੈਂ ਚੰਗਾ ਵਾਂ ਜੀ, ਮੇਰਾ ਭਾਂਡਾ ਬੜਾ ਚੰਗਾ, ਦੂਜੇ ਦਾ ਤੇ ਮਾੜਾ ਹੈ। ਨਹੀਂ, ਆਖਣਗੇ ਮਾਨ ਨਾ ਕਰੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਮੈਲਾ ਕੌਣ ਹੈ, ਚੰਗਾ ਕੌਣ ਹੈ ਦੀ ਵਿਚਾਰ ਉਹਨੇ ਆਪ ਕਰਨੀ ਹੈ। ਤੂੰ ਕਹੀ ਜਾਏ ਮੈਂ ਬੜਾ ਚੰਗਾ, ਦੂਜੇ ਬੜੇ ਮਾੜੇ ਨੇ। ਨਹੀਂ, ਇੱਥੇ ਤਾਂ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਉਹ ਆਪੇ ਬੁੱਝਣ ਵਾਲਾ ਹੈ, ਆਪੇ ਫੈਸਲੇ ਕਰਨ ਵਾਲਾ ਹੈ। ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਨਹਾਰ। ਖਰੇ ਖਜ਼ਾਨੇ ਪਾਈਏ ਖੋਟੇ ਸੁਟੀਏ ਬਾਹਰ ਵਾਰ, ਖੋਟੇ ਸੱਚੀ ਦਰਗਾਹ ਸੁਟੀਏ ਕਿਸ ਆਗੇ ਕਰੇ ਪੁਕਾਰ। ਸਤਗੁਰ ਪਿੱਛੇ ਭੱਜ ਪਵੇਂ ਇਹਾ ਕਰਨੀ ਸਾਰ, ਸਤਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨਹਾਰ। ਸੱਚੀ ਦਰਗਾਹ ਮੰਨੀਆਂ ਗੁਰ ਕੈ ਪ੍ਰੇਮ ਪਿਆਰ, ਗਣਤ ਤਿਨਾਂ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ। ਸਤਿਗੁਰੂ ਪਿੱਛੇ ਭੱਜ ਪਵੋ। ਆਪਾਂ ਕਹਿੰਦੇ ਤੂੰ ਤੇ ਫਲਾਣੇ ਪਿੱਛੇ ਹੱਥ ਧੋ ਕੇ ਪੈ ਗਏ ਆ, ਹੱਥ ਧੋ ਕੇ ਗੁਰੂ ਪਿੱਛੇ ਲੱਗ ਪਓ। ਮੈਂ ਕਹਿੰਦਾ ਸੰਗਤ ਪਿੱਛੇ ਲੱਗ ਜਾਓ, ਗੁਰਬਾਣੀ ਪਿੱਛੇ ਲੱਗ ਜਾਓ, ਬੰਦਿਆਂ ਪਿੱਛੇ ਨਾ ਲੱਗੋ। ਵੇਖੋ ਲੱਗ ਜਾਓਗੇ ਤੇ ਗੁਰੂ ਕਿਵੇਂ ਸਵਾਰ ਦੇਵੇਗਾ। ਗੁਰੂ ਤੇ ਬੈਠੇ ਹੀ ਸਵਾਰਨ ਵਾਸਤੇ ਨੇ, ਗੁਰੂ ਦਾ ਕੰਮ ਹੀ ਸਵਾਰਨਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੇ ਕੋ ਜਾਵੋ ਫਿਰ ਜਾਇਓ। ਇੱਥੇ ਦੁੱਧ ਕਿਹੜਾ ਹੈ? ਜੇ ਭਾਂਡਾ ਸਰੀਰ ਹੈ ਤਾਂ ਫਿਰ ਦੁੱਧ ਵੀ ਤੇ ਹੋ ਰਿਹਾ। ਦੂਧ ਕਰਮ, ਚੰਗੇ ਕਰਮ ਕਰਨੇ, ਇਹ ਦੁੱਧ ਇਕੱਤਰ ਕਰਨਾ ਹੈ। ਕਿਉਂਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਦੂਧ ਕਰਮ ਪੁਨ ਸੁਰ ਸਮਾਇਨ, ਹੋਏ ਨਿਰਾਸ਼ ਜਮਾਵੋ। ਕਹਿੰਦੇ ਨੇ ਇਸ ਭਾਂਡੇ ਦੇ ਵਿੱਚ ਪਾਣਾ ਕੀ ਹੈ? ਪਰਮਾਤਮਾ ਦਾ ਨਾਮ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ। ਤੇ ਸਤਿਗੁਰਾਂ ਅੱਗੇ ਵੀ ਬਖਸ਼ਿਸ਼ ਕੀਤੀ, ਏ ਮਨ ਈਟੀ ਹਾਥ ਕਰੋ ਪੁਨ ਨੇਤਰਾਓ, ਨੀਂਦ ਨਾ ਆਵੇ। ਇੱਥੇ ਨੀਂਦ ਦੇ ਨਾਲ ਨੇਤਰੋ ਸ਼ਬਦ ਆ ਗਿਆ ਤੇ ਕਈ ਵਾਰੀ ਅਰਥ ਕਰਨ ਲੱਗਿਆ ਟਪਲਾ ਖਾ ਜਾਂਦੇ ਆ। ਸ਼ਾਇਦ ਇੱਥੇ ਨੇਤਰਾਂ ਦੀ ਗੱਲ ਕੀਤੀ ਹੈ, ਅੱਖਾਂ ਦੀ ਗੱਲ ਕੀਤੀ ਹੈ। ਨਹੀਂ, ਇੱਥੇ ਅੱਖਾਂ ਦੀ ਗੱਲ ਨਹੀਂ। ਆਖਣ ਲੱਗੇ ਜਿਵੇਂ ਨਾ ਜਿਸ ਭਾਂਡੇ ਵਿੱਚ ਦੁੱਧ ਪਾਇਆ, ਗਰਮ ਕੀਤਾ, ਫਿਰ ਉਹਨੂੰ ਜਾਗ ਲਗਾਈ, ਸਵੇਰੇ ਵੇਖਿਆ ਦਹੀਂ ਬਣ ਗਿਆ, ਉਹਨੂੰ ਰਿੜਕਣਾ। ਹੁਣ ਰਿੜਕਣਾ ਕਿਵੇਂ? ਮੈਂ ਸਰੀਰ ਦੀ ਗੱਲ ਕੀਤੀ ਹੈ ਨਾ, ਕਿਵੇਂ ਰਿੜਕਣਾ? ਮਨ ਈਂਟੀ, ਈਂਟੀ ਹੁੰਦੀ ਹੈ ਕਿਹੜੀ? ਲੱਕੜ ਦੀਆਂ ਇੱਟੀਆਂ, ਮਧਾਣੀ ਦੇ ਦਾਲ ਜਿਹੜੇ ਆਲੇ ਦੁਆਲੇ ਰੱਸੀ ਪਈ ਹੁੰਦੀ ਹੈ ਨਾ, ਉਹਨੂੰ ਲੱਕੜ ਦੀਆਂ ਇੱਟੀਆਂ ਉਂਗਲਾਂ ਵਿੱਚ ਚੰਗੀ ਤਰ੍ਹਾਂ ਫਸ ਜਾਂਦੀ ਹੈ ਮਧਾਣੀ ਨੂੰ ਘੁਮਾਉਣ ਵਾਸਤੇ। ਕਹਿੰਦੇ ਨੇ ਮਨ ਨੂੰ ਚੰਗੀ ਤਰ੍ਹਾਂ ਪਕੜ ਲਵੋ, ਘੁੱਟ ਕੇ ਪਕੜ ਲਵੋ। ਫਿਰ ਕੀ ਕਰਨਾ? ਨੇਤਰਾਓ। ਨੇਤਰਾ ਕਿਹੜਾ ਪਾਣਾ? ਉਹ ਰੱਸੀ ਜਿਹਨੂੰ ਨਾਲ ਇੱਟੀਆਂ ਲੱਗੀਆਂ ਹੋਈਆਂ ਨੇ, ਉਹਨੂੰ ਨੇਤਰਾ ਕਹਿੰਦੇ ਨੇ। ਇੱਥੇ ਨੇਤਰਾਓ ਊੜੇ ਨੂੰ ਔਂਕੜ ਪਿਆ ਹੋਇਆ ਹੈ। ਜਿੱਥੇ ਇਹ ਨੇਤਰੋ ਮੇਰੇ, ਉੱਥੇ ਹਾਹੇ ਨੂੰ ਔਂਕੜ ਪਿਆ ਹੋਇਆ ਜੇ। ਫਰਕ ਹੈ। ਉੱਥੇ ਅੱਖਾਂ ਨੂੰ ਸੰਬੋਧਨ ਕੀਤਾ ਹੈ, ਇਹ ਮੇਰਿਓ ਨੇਤਰੋ, ਪਰ ਇੱਥੇ ਨੇਤਰਾਓ, ਨੀਂਦ ਨਾ ਆਵੇ, ਕਿਤੇ ਅਗਿਆਨਤਾ ਦੀ ਨੀਂਦ ਵਿੱਚ ਨਾ ਸੌ ਜਾਵੀਂ। ਸੁਚੇਤ ਪਨੇ ਵਾਲਾ ਇਹ ਨੇਤਰਾ ਪਾ ਕੇ ਰੱਖੀ। ਰਸਨਾ ਨਾਮ ਜਪੋ ਤਬ ਮਥੀਐ, ਇਨ ਬਿਦ ਅੰਮ੍ਰਿਤ ਪਾਵੋ। ਸੰਗਤ ਦੀ ਜਿਨ੍ਹਾਂ ਨੂੰ ਲਾਗ ਲੱਗ ਗਈ ਗੁਰੂ ਕੇ ਪਿਆਰ ਵਾਲਿਓ, ਗੁਰੂ ਸੰਗਤ ਦੀ ਛੋ ਲਾਗ ਸ਼ਬਦ ਇੱਥੇ ਆਇਆ ਹੈ। ਇਹੀ ਸ਼ਬਦ ਕਈ ਥਾਵਾਂ ਤੇ ਕਿਰਿਆ ਰੂਪ ਵਿੱਚ ਇੱਥੇ ਛੋ ਲੱਗ ਜਾਣੀ, ਛੋ ਜਾਣਾ ਸੰਗਤ ਨਾਲ, ਗੁਰੂ ਨਾਲ। ਜਿਨ੍ਹਾਂ ਨੂੰ ਗੁਰੂ ਲੱਗ ਗਿਆ, ਜਿਨ੍ਹਾਂ ਨੂੰ ਗੁਰੂ ਦੀ ਛੋ ਲੱਗ ਗਈ। ਕਈ ਵਾਰੀ ਮੈਂ ਪਾਠ ਕਰਾਇਆ ਸੀ, ਪਾਠ ਲੱਗਿਆ ਕੋਈ ਨਹੀਂ। ਸਾਨੂੰ ਐਸਾ ਸੁਣਨ ਨੂੰ ਮਿਲਦਾ ਹੈ, ਪਾਠ ਲੱਗਿਆ ਕੋਈ ਨਹੀਂ। ਕਿਉਂ ਨਹੀਂ ਲੱਗਿਆ? ਜੋ ਮਨ ਚ ਭਾਵਨਾ ਮੈਂ ਲੈ ਕੇ ਚਲਾਈ ਸੀ, ਮੇਰੀ ਮਨੋਕਾਮਨਾ ਪੂਰੀ ਨਹੀਂ ਹੋਈ। ਤੇ ਜਦੋਂ ਆਪਾਂ ਬਾਣੀ ਤੋਂ ਪੁੱਛੇ ਗੁਰੂ ਕਦੋਂ ਲੱਗਿਆ ਜਾਨੂ? ਕਬੀਰ ਗੁਰ ਲਾਗਾ ਤਬ ਜਾਨੀਐ। ਕਹਿੰਦੇ ਨੇ ਉਦੋਂ ਸਮਝੋ ਗੁਰੂ ਦੀ ਛੋਹ ਤੁਹਾਨੂੰ ਲੱਗ ਗਈ ਹੈ। ਸੰਗਤ ਦੀ ਛੋਹ ਲੱਗੀ ਕਦੋਂ? ਮਿਟੈ ਮੋਹ ਤਨ ਤਾਪ। ਤੁਹਾਡੇ ਸਰੀਰ ਵਿੱਚੋਂ ਮੋਹ ਦਾ ਤਾਪ ਹੀ ਉਤਰ ਜਾਏ, ਮੋਹ ਰਵੇ ਕੋਈ ਨਾ।
ਹਰਖ ਸੋਗ ਦਾਜੈ ਨਹੀਂ, ਨਾ ਤੁਹਾਨੂੰ ਸੰਸਾਰਕ ਖੁਸ਼ੀ ਤੇ ਨਾ ਸੰਸਾਰਕ ਦੁੱਖ ਤੁਹਾਨੂੰ ਆਪਣੀ ਅੱਗ ਵਿੱਚ ਸਾੜ ਸਕੇ। ਤਬ ਹਰ ਆਪੈ ਆਪ, ਫਿਰ ਸਮਝੋ ਪ੍ਰਮਾਤਮਾ ਆਪ ਹੀ ਆਪ ਹੈ। ਉੱਥੇ ਨਾ ਹਰਖ ਤੇ ਨਾ ਸੋਗ, ਹਰਖ ਸੋਗ ਤੇ ਰਹੇ ਨਿਆਰੋ, ਨਾ ਹੈ ਮਨ ਅਪਮਾਨਾ। ਫਿਰ ਲੱਗਿਓ ਗੁਰੂ ਕੀ ਛੋਹ ਤੁਹਾਨੂੰ ਲੱਗ ਗਈ ਹੈ। ਜੇ ਸੰਸਾਰ ਦੁਖੀ ਮੈਂ ਵੀ ਦੁਖੀ, ਦੂਜਾ ਸੁਖੀ ਮੈਂ ਵੀ ਸੁਖੀ, ਮਾया आ गई मैं सुखी, चली गई मैं दुखी हो गया। जब कछ पावे तब गर्भ करत गए, माया गई तब रोमन लगत है। तू ते फिर माया दा सिख है, माया दा पुजारी, गुरु दा ते कोई नहीं, तू रब दा ते पुजारी नहीं, तू रब दी दात अपने भांडे विच पाई कोई नहीं। ये भांडा मिलिया पता नहीं फिर दोबारा मिले कि ना मिले। श्लोक नंबर 70 कबीर जी का 1368 अंक ते, कबीर राम न ध्यायो मोटी लागी खोर, ए तन हांडी काठ की ना फिर चढ़े बहोर। कहते ने जिवें लकड़ दी हांडी चुल्हे ते इक्को वारी चढ़दी मुड़ के सड़ जाती है, ये शरीर मिलिया है। जे तू इनू सारी उम्र विकारां दी अग विच ही सड़दा रहा ना, ते याद रखी ये मुड़ के मिले ना मिले पता नहीं फिर की करेगा तू। आसा की वार दी 24वीं पौड़ी नाल मेरे सतगुर का श्लोक, आपे भांडे साजन आपे पूर्ण दे। साजन वाला भी आप है ते गुरु राही उन्होंने संपूर्ण करने वाला भी वो आप है। इकनी दुध समाई है, इकना विच दुध इत्थे अमृत नाम वास्ते आया है, समाया रहिंदा टिकिया रहिंदा है। एक चुल्हे रहन चढ़े, एक विकारां दे चुल्हे उत्ते चढ़े रहिंदे ने, सड़दे रहिंदे ने, तपदे रहिंदे ने सारी उम्र। एक निहाली पै सबन, एक उपर रहन खड़े। ज्ञानी हरबंसी उन्हें बड़े अध्यात्मक अर्थ वधिया कीते ने। निहाली कहंदे ने एक ना घोड़े वेच के बेखबर गाफलता दी नींद भी सुते पए ने, एक सावधान खड़े होए ने, हमेशा अपने आप को सावधान रखते ने। तिना सवारे नानका जिनको नदर करे। ते नाल ही गुरु अंगद साहब का श्लोक है, आपे साजे करे आप, जाई पी रखे आप, तिसवी जंतु पाए कै, देखे थाप उथाप, तिसनू कहिए नानका सब किछ आपे आप। किसनू कहिए? ते सतगुरां ने कृपा बख्शिश की है, काया पात्र प्रभ करने हारा, लगी लाग संत संगारा। जिन्होंने लाग छू लग गई सत संगत दी, गुरु के प्यार वालियो, उन्हां दा श्री रूपी भांडा खूबसूरत बन गया। वो जीओ भी निर्मल हो गए ते बाहरों भी निर्मल हो गए। संगत बैठन का और मकसद की है? भाई गुरदास जी, जैसे तो मराल माल बैठत हैं मान सर, मुक्ता अमोल खाए खाए बिगसात हैं। मान सरोवर ते हंसां दियां लाइनां बैठियां हुंदियां ने, मोती खा खा के खुश होंगे ने। साडे वास्ते की है? मान सरोवर एक गुरु की संगत है। मान सरोवर आखिए ऊपर हंस सुहंस वसंदे। फिर कहें जैसे तो सुजन मिल बैठत ने पाक शाल, अनक प्रकार बिंज नाद रस खात ने। रसोई विच भोजन तैयार होया, उत्थे बह के कई सज्जना ने बड़े प्यार में प्रसादा चकिया, आनंदित हो गए। जैसे द्रुम छाया मिल बैठत अनेक पंखी, खाए फल मधुर बचन के सुहात हैं। एक रुख फलां नाल भरपूर है, उत्थे आके पंछी बैठ जाते ने, नाले मिठे मिठे फल खांदे ने, नाले मिठा मिठा बोलते ने। असी खांदे चंगा वा ते बोलदे मंदा वा। गुरु के प्यार वालियो, जे खांदे चंगा वा ना ते बोलीए भी चंगा। सतगुरु ने इत्थे की है, रुख गुरु रुख है ना, ते गुरु नूं फल किहड़े लगे ने? असी सारे पंछियां इत्थे आके बह जांदे हां डारी मार के, इसे करके आउंदे हां साडीआं आत्मक भुखां मिट सकन, सानू साडे जीवन अंदर मिठास आ सके, एक कड़वाहट जिंदगी चों दूर हो जाए। ते भाई साहब तैसे गुर सिख मिल बैठत धर्मशाल, सहज शब्द रस अमृत अघात हैं। गुरसिखां दा धर्मशाल विच संगत आके बैठण दा मेन जिहड़ा मकसद है वो यही प्रयोजन है गुरु के प्यार वालियो, ताकि इत्थे आके वो अडोल जीवन धारण कर लैन, अमृत रस नूं पीन गुरु के प्यार वालियो, ते पी पी के अपना तृप्त हो जान, रज जान। ते सतगुरु कहते निर्मल सोए बनी हर बाणी। हरी संगत विच आके हरी दी बाणी सुननी है ना, होर की है? मिल सत संग बोली हर बाणी, हर हर कथा मेरे मन भाणी, हर हर अमृत हर मन भावै, मिल सतगुरु अमृत पीजै जियो।
साध संग जो तुम्हें मिलायो तो सुनी तुम्हारी बाणी, आनंद भया पेखत ही नानक प्रताप पुरख निर्बाणी। इस हरी बाणी द्वारा ना सोए का मतलब उन्होंने शोभा निर्मल हो जाती है, बाणी द्वारा होंगी, जे वैसे नहीं जे हो सकती। गुरु रहमत कर देवे ना तां शोभा निर्मल होंगी है। जे आप चाहते हैं मेरी भी हर थां शोभा होवे, लोकी मेरे गुणगायन करन, मैनू चंगा आखण, ते चंगे तुसी अपनियां सियाणपां नाल नहीं, गुरु की सियाणपां नाल। सोई ध्याइयै जीड़े सिर शाहां पातशाह, तिस ही की कर आसमन जिसका सब वसा। सब सियाणपां छड्ड के गुर की चरनी पा। छड्ड दे अपनियां सियाणपां जे अपनी शोभा लोड़दा ते, जे कोई अपनी शोभा लोड़ है। साध संग ये हौमै छोर है, जे कोई शोभा चाहता है तो, नहीं तो शोभा कोई नहीं जे होनी। गुरु के प्यार वालिओ, सतगुरु कहते ने बाणी द्वारा की यह शोभा होंदी है, ते जिन्हां चों बाणी विसर जाती है फिर जियो तपत है बारो बार। तप तप खपे बहुत बेकार, जैतन बाणी विसर जाए ज्यों पक्का रोगी विल लाए। फिर उन्हां दा मन जिहड़ा है नाम, मैनूं सियारी नाम विच, नाम मजीठा रंगना, मजीठ रंग दे विच रंगिया जांदा है। ये मजीठ दा रंग बड़ा पक्का मन्निया गया, ये परमात्मा वास्ते आया है। ते जिथे कुसुंभ दा रंग आया है वो संसारक माया वास्ते आया है। लाल रंग परमात्मा दे नाम वास्ते आया है, सूहा रंग माया वास्ते आया है। गुरु रहमत करे, गुरु बख्शिश करे, किते इस साडे शरीर रूपी भांडे नूं भी गुरु के प्यार वालिओ किते संगत की छोह लग जाए, नाम बाणी द्वारा किते साडी भी शोभा निर्मल हो जाए, असी भी अपने मन नूं परमात्मा दे नाम च रंग सकीए। इत्थे आके रंगिया, इत्थे आके रंग चढ़ना जे, होर कोई दुनियावी ललारी कपड़े ते रंग सकते ने, पर मन जिहड़ा गुरु नूं अर्पण कर दिंदा है, सतगुरु उहदे मन नूं रंग दिंदे ने। गुरु रहमत करन, गुरु बख्शिश करन, ये रंग सानूं चढ़ जाए, ऐसा चढ़े कि कभी उतरन का नाम ही ना लवे। धन्यवाद कोटानकोट गुरु ग्रंथ साहिब जी का, जिन्हों ने आप विचारों की सेवा लई है। आप गुरु प्यारियां संगतां का भी धन्यवाद, जिन्होंने बड़े प्यार नाल गुरु के वचन सरवण कीते ने। मेरिया भुल्लां मेरिया जान के खिमा कर देनियां। गुरमत अनुसार कहे बचन साडे हृदय वचन बुलाओ फतेह। वाहिगुरू जी का खालसा, वाहिगुरू जी की फतेह।